ਸਤਿ ਸ੍ਰੀ ਅਕਾਲ। ਆਰਥਿਕ ਖਬਰਾਂ ਸ਼ੁਰੂ ਹੋ ਰਹੀਆਂ ਹਨ। ਦੇ ਦਹਾਕੇ ਦੀ ਸਾਂਸਕ੍ਰਿਤਿਕ ਕ੍ਰਾਂਤੀ ਤੋਂ ਬਾਅਦ ਚੀਨ ਨੇ ਤੇਜ਼ੀ ਨਾਲ ਹੋ ਰਹੇ ਸਿੱਖਿਆ, ਸੁਧਾਰ ਅਤੇ ਕੌਮੀ ਵਿਕਾਸ ਰਣਨੀਤੀਆਂ ਦੇ ਹਿੱਸੇ ਵਜੋਂ ਰਾਸ਼ਟਰ ਦੀਆਂ ਸਰੋਤਾਂ ਨੂੰ ਪ੍ਰਤਿਭਾ ਦੀ ਖੋਜ ਅਤੇ ਪਾਲਣ ਤੇ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ। ਅੱਜ ਚੀਨ ਦੇ ਉੱਚ ਤਕਨਾਲੋਜੀ ਅਤੇ ਨਵੀਂ ਚਿੰਤਨ ਦੇ ਖੇਤਰ ਵਿੱਚ ਵਿਸ਼ਵ ਮਾਰਕੀਟ 'ਚ ਅਗਵਾਈ ਦਾ ਕਾਰਨ ਬਚਪਨ ਤੋਂ ਹੀ ਜੀਨਸ ਦੀ ਪਛਾਣ ਅਤੇ ਪ੍ਰਣਾਲੀਬੱਧ ਤੌਰ ਤੇ ਉਹਨਾਂ ਦੀ ਪਾਲਣਾ ਕਰਨ ਦੀ ਰਾਸ਼ਟਰਵਾਦੀ ਰਣਨੀਤੀ ਹੈ। ਇਹ ਪ੍ਰਣਾਲੀ ਸਿਰਫ ਇੱਕ ਜਾਂ ਦੋ ਉਤਕ੍ਰਿਸ਼ਟ ਪ੍ਰਤਿਭਾਵਾਂ ਦੀ ਚੋਣ ਨਹੀਂ ਕਰਦੀ, ਬਲਕਿ ਬਹੁ-ਪੜਾਅ ਪਟੀਸ਼ਨਾਂ ਰਾਹੀਂ ਅਤੇ ਨੂੰ ਧਿਆਨ ਨਾਲ ਵਰਗੀਕ੍ਰਿਤ ਕਰਦੀ ਹੈ, ਜੋ ਕਿ ਕੌਮੀ ਮੁਕਾਬਲੇਬਾਜ਼ੀ ਅਤੇ ਭਵਿੱਖ ਦੀ ਉਦਯੋਗਿਕ ਅਗਵਾਈ ਨੂੰ ਯਕੀਨੀ ਬਣਾਉਂਦੀ ਹੈ। ਚੀਨ ਵਿੱਚ ਪ੍ਰਤਿਭਾ ਦੀ ਚੋਣ ਪ੍ਰਾਥਮਿਕ ਸਕੂਲ ਦੀ ਤੀਜੀ ਤੋਂ ਚੌਥੀ ਜਮਾਤ ਦੇ ਬੱਚਿਆਂ ਤੋਂ ਕੀਤੀ ਜਾਂਦੀ ਹੈ, ਜੋ ਕਿ ਲਗਭਗ ਸਾਲ ਦੀ ਉਮਰ ਦੇ ਹੁੰਦੇ ਹਨ। ਰਾਸ਼ਟਰਵਿਆਪੀ ਆਡੀਸ਼ਨ 3 ਤੋਂ 4 ਦੌਰਾਂ ਵਿੱਚ ਕਰਵਾਇਆ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਸਿਰਫ ਸਾਦੀ ਯਾਦਦਾਸ਼ਤ ਜਾਂ ਪਾਠ ਪੁਸਤਕ ਦੇ ਗਿਆਨ ਤੇ ਨਿਰਭਰ ਕਰਨ ਦੀ ਬਜਾਏ ਬਿਲਕੁਲ ਨਵੇਂ ਸੰਕਲਪ ਜਾਂ ਸਿਧਾਂਤ ਨੂੰ ਛੋਟੇ ਸਮੇਂ ਵਿੱਚ ਸਿੱਖਣ ਅਤੇ ਲਾਗੂ ਕਰਨ ਦੀ ਸਮਰੱਥਾ ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਗੈਰ ਮਿਆਰੀ ਤਰੀਕਾ ਉਹਨਾਂ ਵਿਦਿਆਰਥੀਆਂ ਦੀ ਚੋਣ ਤੇ ਕੇਂਦਰਿਤ ਹੈ ਜਿਨ੍ਹਾਂ ਵਿੱਚ ਮੂਲ ਰੂਪ ਤੋਂ ਮੌਜੂਦ ਰਚਨਾਤਮਕਤਾ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਹੁੰਦੀ ਹੈ, ਜੋ ਪਹਿਲਾਂ ਤੋਂ ਤਿਆਰੀ ਤੇ ਨਿਰਭਰ ਨਹੀਂ ਕਰਦੀ। ਦੇਸ਼ ਭਰ ਵਿੱਚ ਲਗਭਗ ਪ੍ਰਤਿਭਾ ਸਕੂਲ ਚੱਲ ਰਹੇ ਹਨ ਅਤੇ ਹਰ ਸਕੂਲ ਦੇ ਚੋਣ ਮਿਆਰ ਬਹੁਤ ਸਖਤ ਹਨ। ਉਦਾਹਰਣ ਵਜੋਂ ਬੀਜਿੰਗ ਵਿੱਚ ਸਥਿਤ ਵਿੱਚ ਹਰ ਸਾਲ ਲਗਭਗ ਵਿਦਿਆਰਥੀ ਅਰਜ਼ੀ ਦਿੰਦੇ ਹਨ, ਪਰ ਸਿਰਫ ਲਗਭਗ ਵਿਦਿਆਰਥੀ ਹੀ ਚੁਣੇ ਜਾਂਦੇ ਹਨ, ਜਿਸ ਨਾਲ ਚੋਣ ਦਰ ਲਗਭਗ ਹੋ ਜਾਂਦੀ ਹੈ। ਇਹ ਬਹੁਤ ਹੀ ਘੱਟ ਚੋਣ ਦਰ ਦਰਸਾਉਂਦੀ ਹੈ ਕਿ ਇਹ ਸਿਰਫ ਮੁਕਾਬਲੇ ਦੀ ਗੱਲ ਨਹੀਂ, ਬਲਕਿ ਇੱਕ ਸੁਤੰਤਰ ਪ੍ਰਣਾਲੀ ਹੈ ਜੋ ਹਰ ਵਿਦਿਆਰਥੀ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਪਛਾਣਨ ਲਈ ਤਿਆਰ ਕੀਤੀ ਗਈ ਹੈ, ਜਿਸ ਨਾਲ ਰਾਸ਼ਟਰੀ ਪੱਧਰ ਤੇ ਪ੍ਰਤਿਭਾ ਖੋਜ ਪ੍ਰਣਾਲੀ ਦੀ ਬਹੁਤ ਹੀ ਸਾਵਧਾਨੀ ਨਾਲ ਬਣਤਰ ਹੋਣ ਦਾ ਪਤਾ ਲੱਗਦਾ ਹੈ। ਚੁਣੇ ਹੋਏ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਸਿਰਫ ਹਫ਼ਤੇਵਾਰ ਕਾਰਜਕ੍ਰਮ ਜਾਂ ਸਕੂਲ ਤੋਂ ਬਾਅਦ ਦੀ ਪਾਠਿਆਕ੍ਰਮ ਤੱਕ ਸੀਮਿਤ ਨਹੀਂ ਕੀਤਾ ਜਾਂਦਾ, ਸਗੋਂ ਉਹਨਾਂ ਨੂੰ ਦੇਸ਼ ਭਰ ਵਿੱਚ ਲਗਭਗ ਪੂਰਨ ਸਮੇਂ ਵਾਲੇ ਪ੍ਰਤਿਭਾ ਸਕੂਲਾਂ ਵਿੱਚ ਪੂਰੇ ਦਿਨ ਪੜ੍ਹਾਈ ਅਤੇ ਖੋਜ ਕਰਨ ਦਾ ਵਾਤਾਵਰਣ ਪ੍ਰਦਾਨ ਕੀਤਾ ਜਾਂਦਾ ਹੈ। ਖਾਸ ਕਰਕੇ ਤਸਿੰਗਹੁਆ ਯੂਨੀਵਰਸਿਟੀ ਨਾਲ ਸਾਂਝੇਦਾਰੀ ਵਿੱਚ ਹਾਲ ਹੀ ਵਿੱਚ ਤੋਂ ਤੱਕ ਦੇ ਵਾਧੂ ਪ੍ਰਤਿਭਾ ਸਕੂਲ ਸਥਾਪਿਤ ਕੀਤੇ ਗਏ ਹਨ ਅਤੇ ਰਾਸ਼ਟਰੀ ਪੱਧਰ ਤੇ ਪ੍ਰਤਿਭਾ ਸਿੱਖਿਆ ਤੇ ਨਿਵੇਸ਼ ਅਤੇ ਸਹਾਇਤਾ ਲਗਾਤਾਰ ਵੱਧ ਰਹੀ ਹੈ। ਇਹ ਪੂਰਨ ਸਮੇਂ ਵਾਲੀ ਪ੍ਰਣਾਲੀ ਵਿਦਿਆਰਥੀਆਂ ਨੂੰ ਆਪਣੀਆਂ ਯੋਗਤਾਵਾਂ ਦਾ ਪੂਰਾ ਫਾਇਦਾ ਚੁੱਕਣ ਵਿੱਚ ਮਦਦ ਕਰਦੀ ਹੈ ਤਾਂ ਜੋ ਉਹ ਭਵਿੱਖ ਦੇ ਉਦਯੋਗਾਂ ਲਈ ਮੁੱਖ ਪ੍ਰਤਿਭਾ ਬਣ ਸਕਣ। ਚੀਨ ਨੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਹਰ ਸਿੱਖਿਆ ਪੱਧਰ ਤੇ ਲਾਜ਼ਮੀ ਆਡੀਸ਼ਨ ਦੀ ਵਿਵਸਥਾ ਕੀਤੀ ਹੈ। ਮੱਧ ਸਕੂਲ ਦੀ ਤੀਜੀ ਜਮਾਤ ਵਿੱਚ ਕਰਵਾਈ ਜਾਣ ਵਾਲੀ ਪ੍ਰੀਖਿਆ ਇਸ ਤਰ੍ਹਾਂ ਢਾਂਚਾਬੱਧ ਕੀਤੀ ਗਈ ਹੈ ਕਿ ਕੇਵਲ ਰਾਸ਼ਟਰੀ ਪੱਧਰ ਤੇ ਤੋਂ ਘੱਟ ਵਿਦਿਆਰਥੀਆਂ ਨੂੰ ਪ੍ਰਤਿਭਾਸ਼ਾਲੀ ਹਾਈ ਸਕੂਲ ਵਿੱਚ ਦਾਖਲਾ ਮਿਲਦਾ ਹੈ, ਜਿਸ ਨਾਲ ਸ਼ਾਨਦਾਰ ਪ੍ਰਤਿਭਾਵਾਂ ਦਾ ਸਮੇਂ ਸਿਰ ਚੋਣ ਸੁਨਿਸ਼ਚਿਤ ਹੁੰਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਪੱਧਰ ਤੇ ਲਗਭਗ ਸਾਲ ਦੀ ਉਮਰ ਦੇ ਨੌਜਵਾਨ ਜੀਨੀਅਸ ਵਿਦਿਆਰਥੀਆਂ ਨੂੰ ਪ੍ਰੋਗਰਾਮ ਰਾਹੀਂ ਆਮ ਸਨਾਤਕ ਕੋਰਸ ਤੋਂ ਵੱਖਰਾ ਉੱਚ ਪੱਧਰੀ ਸਾਇੰਸ ਟੈਕਨੋਲੋਜੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਪ੍ਰਕਿਰਿਆ ਸਾਲ ਦੀ ਪ੍ਰੀ ਕੋਰਸ, ਸਾਲ ਦਾ ਸਨਾਤਕ ਅਤੇ ਸਾਲ ਦੇ ਮਾਸਟਰ ਕੋਰਸਾਂ ਤੇ ਆਧਾਰਿਤ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰਾਇਮਰੀ ਸਕੂਲ ਤੋਂ ਹੀ ਇੱਕ ਸਖਤ ਅਕਾਦਮਿਕ ਟਰੈਕ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਕੀਤਾ ਜਾਂਦਾ ਹੈ। ਸਮਝਾਵਾਰ ਦੇਖਿਆ ਜਾਵੇ ਤਾਂ ਚੀਨ ਵਿੱਚ ਲਗਭਗ ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ ਮੱਧ ਅਤੇ ਹਾਈ ਸਕੂਲ ਦੇ ਆਡੀਸ਼ਨਾਂ ਰਾਹੀਂ ਕਰੋੜਾਂ ਵਿੱਚੋਂ ਸਿਰਫ ਵਿਦਿਆਰਥੀਆਂ ਨੂੰ ਹੀ ਪ੍ਰਤਿਭਾ ਸਕੂਲਾਂ ਵਿੱਚ ਦਾਖਲਾ ਮਿਲਦਾ ਹੈ। ਇਸ ਤੋਂ ਬਾਅਦ ਮੱਧ ਅਤੇ ਹਾਈ ਸਕੂਲ ਦੇ ਪੜਾਅ ਵਿੱਚ ਇੱਕ ਅਜਿਹੀ ਪ੍ਰਣਾਲੀ ਅਪਣਾਈ ਜਾਂਦੀ ਹੈ ਜਿਸ ਵਿੱਚ ਕੁੱਲ ਵਿਦਿਆਰਥੀਆਂ ਵਿੱਚੋਂ ਸਿਰਫ ਤੋਂ ਘੱਟ ਹੀ ਪ੍ਰਤਿਭਾਵਾਨ ਹਾਈ ਸਕੂਲਾਂ ਵਿੱਚ ਦਾਖਲਾ ਹੁੰਦਾ ਹੈ, ਜਿਸ ਨਾਲ ਦੋਨੇ ਪ੍ਰਤਿਭਾਵਾਂ ਦਾ ਟਰੈਕ ਪੂਰੀ ਤਰ੍ਹਾਂ ਵੱਖਰਾ ਅਤੇ ਨਿਯੰਤਰਿਤ ਕੀਤਾ ਜਾਂਦਾ ਹੈ। ਇਹ ਬਹੁਤ ਹੀ ਸਾਵਧਾਨੀ ਨਾਲ ਕੀਤੀ ਗਈ ਚੋਣ ਅਤੇ ਵਰਗੀਕਰਨ ਪ੍ਰਣਾਲੀ ਦੇਸ਼ ਦੇ ਪ੍ਰਤਿਭਾ ਸੱਚਿਆਂ ਨੂੰ ਵੱਧ ਤੋਂ ਵੱਧ ਕਰਦੀ ਹੈ ਅਤੇ ਭਵਿੱਖ ਦੇ ਉਦਯੋਗਾਂ ਦੀ ਅਗਵਾਈ ਕਰਨ ਵਾਲੇ ਮੁੱਖ ਪ੍ਰਤਿਭਾਵਾਂ ਨੂੰ ਕੁਸ਼ਲਤਾਪੂਰਵਕ ਵਿਕਸਿਤ ਕਰਨ ਦੀ ਬੁਨਿਆਦ ਪੇਸ਼ ਕਰਦੀ ਹੈ। ਇਸ ਦੇ ਨਾਲ ਚੀਨ ਸਿਰਫ ਪ੍ਰਤਿਭਾ ਦੀ ਚੋਣ
ਅਤੇ ਪਾਲਣ ਤੱਕ ਸੀਮਿਤ ਨਹੀਂ ਰਹਿੰਦਾ, ਬਲਕਿ ਸਰਕਾਰੀ ਨਿੱਜੀ ਭਾਗੀਦਾਰੀ ਰਾਹੀਂ ਉਦਯੋਗ, ਅਕਾਦਮਿਕ ਸਹਿਯੋਗ ਅਤੇ ਸਹਾਇਤਾ ਪ੍ਰਣਾਲੀ ਦੀ ਸਥਾਪਨਾ ਵੀ ਕਰਦਾ ਹੈ, ਜਿਸ ਨਾਲ ਇਹ ਯਕੀਨੀ ਬਣਦਾ ਹੈ ਕਿ ਉਤਕ੍ਰਿਸ਼ਟ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਦੇ ਬਾਅਦ ਤੁਰੰਤ ਹੀ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਭੂਮਿਕਾ ਨਿਭਾਉਣ ਲਈ ਸਹਾਇਤਾ ਮਿਲਦੀ ਹੈ। ਪਸੇਗੋਆ ਯੂਨੀਵਰਸਿਟੀ ਆਦਿ ਵਰਗੇ ਪ੍ਰਸਿੱਧ ਵਿਦਿਆਰਥੀ ਸੰਸਥਾਵਾਂ 'ਚ ਅਤੇ ਵਰਗੇ ਵਿਸ਼ੇਸ਼ ਸਿੱਖਿਆ ਕਾਰਜਕ੍ਰਮ ਚਲਾਏ ਜਾਂਦੇ ਹਨ ਅਤੇ ਸਰਕਾਰ ਅਤੇ ਨਿੱਜੀ ਕੰਪਨੀਆਂ ਦੀ ਵਿੱਤੀ ਸਹਾਇਤਾ ਨਾਲ ਹਰ ਸਾਲ ਲਗਭਗ ਅਰਬੋਂ ਦਾ ਦਾਨ ਪ੍ਰਾਪਤ ਕੀਤਾ ਜਾਂਦਾ ਹੈ। ਇਹ ਦਾਨ ਸਕਾਲਰਸ਼ਿਪ, ਇੰਟਰਨਸ਼ਿਪ ਅਤੇ ਖੋਜ ਸਹਾਇਤਾ ਸਮੇਤ ਵੱਖ-ਵੱਖ ਕਾਰਜਕ੍ਰਮਾਂ ਵਿੱਚ ਵਰਤਿਆ ਜਾਂਦਾ ਹੈ, ਜਿਸ ਨਾਲ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਅਗਲੇ ਪੱਧਰ ਦੀ ਤਕਨੀਕੀ ਖੇਤਰ ਵੱਲ ਵਧਣ ਲਈ ਮਜ਼ਬੂਤ ਆਧਾਰ ਪ੍ਰਦਾਨ ਕੀਤਾ ਜਾਂਦਾ ਹੈ। ਚੰਗੀਆਂ ਪ੍ਰਤਿਭਾਵਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਤੁਰੰਤ ਹੀ ਅਗਲੇ ਦਰਜੇ ਦੀ ਤਕਨਾਲੋਜੀ ਕੰਪਨੀਆਂ ਵਿੱਚ ਸੰਸਥਾਪਕ ਜਾਂ ਖੋਜਕਾਰ ਵਜੋਂ ਨਿਯੁਕਤ ਕੀਤਾ ਜਾਂਦਾ ਹੈ। ਉਦਾਹਰਣ ਵਜੋਂ ਅਤੇ ਵਰਗੀਆਂ ਅਗੇਤਰੀ ਤਕਨਾਲੋਜੀ ਕੰਪਨੀਆਂ ਅਕਸਰ ਦੀ ਸ਼ੁਰੂਆਤ ਵਿੱਚ ਉੱਭਰਦੇ ਯੁਵਕ ਦੁਆਰਾ ਚਲਾਈਆਂ ਜਾਂਦੀਆਂ ਹਨ। ਇਹ ਯੁਵਕ ਪ੍ਰਤਿਭਾਵਾਂ ਆਪਣੇ ਤਹਿਤ ਨਿਕਲੇ ਦੀ ਸਿਖਲਾਈ ਵਿੱਚ ਵੀ ਯੋਗਦਾਨ ਪਾਉਂਦੀਆਂ ਹਨ, ਜਿਸ ਨਾਲ ਵਰਗਾ ਇੱਕ ਸਕਾਰਾਤਮਕ ਚੱਕਰ ਪੂਰਾ ਹੁੰਦਾ ਹੈ। ਇਸ ਤੋਂ ਇਲਾਵਾ ਚੀਨ ਵਿੱਚ ਖੋਜਕਾਰਾਂ ਦੀ ਗਿਣਤੀ ਲਗਭਗ ਹੈ ਅਤੇ ਵਿਸ਼ਵ ਦੇ ਉੱਤਮ ਖੋਜਕਾਰਾਂ ਵਿੱਚੋਂ ਤੋਂ ਵੱਧ ਚੀਨੀ ਪ੍ਰਤਿਭਾਵਾਂ ਹਨ, ਜੋ ਇਸ ਪ੍ਰਣਾਲੀਬੱਧ ਪ੍ਰਤਿਭਾ ਵੰਡ ਦੀ ਸਫਲਤਾ ਨੂੰ ਸਪਸ਼ਟ ਤੌਰ ਤੇ ਸਾਬਤ ਕਰਦੀਆਂ ਹਨ। ਜਦਕਿ ਅਮਰੀਕਾ ਮੁੱਖ ਤੌਰ ਤੇ ਖੇਤਰੀ ਅਤੇ ਸਕੂਲ ਆਧਾਰਿਤ ਮੁਕਾਬਲੇ ਰਾਹੀਂ ਪ੍ਰਤਿਭਾ ਦੀ ਚੋਣ ਕਰਦਾ ਹੈ, ਉਦੋਂ ਕਿ ਚੀਨ ਰਾਸ਼ਟਰੀ ਪੱਧਰ ਤੇ ਹੋਣ ਵਾਲੇ ਆਡੀਸ਼ਨਾਂ ਰਾਹੀਂ ਖੇਤਰੀ ਜਾਂ ਆਰਥਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਸਾਰੇ ਉਤਕ੍ਰਿਸ਼ਟ ਪ੍ਰਤਿਭਾ ਦਾ ਸਮਾਨ ਤੌਰ ਤੇ ਚੋਣ ਕਰਦਾ ਹੈ। ਇਹ ਪ੍ਰਕਿਰਿਆ ਸਿਰਫ ਇਕੱਲੀ ਪ੍ਰੀਖਿਆ ਨਹੀਂ ਹੈ, ਸਗੋਂ ਕਈ ਵਾਰਾਂ ਦੀਆਂ ਸਖਤ ਚੋਣ ਪ੍ਰਕਿਰਿਆਵਾਂ ਰਾਹੀਂ ਅਤੇ ਦੇ ਟੌਪ ਵਿੱਚ ਬਰਕਰਾਰ ਰਹਿਣ ਵਾਲੇ ਜੀਨੀਅਸ ਟਰੈਕ ਨੂੰ ਬੜੀ ਨਿੱਘਤਾ ਨਾਲ ਵੰਡਦੀ ਹੈ। ਹਰ ਸਾਲ ਲਗਭਗ ਵਿਦਿਆਰਥੀ ਪ੍ਰਤਿਭਾਸ਼ਾਲੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਂਦੇ ਹਨ, ਜਦਕਿ ਯੂਨੀਵਰਸਿਟੀ ਵਿੱਚ ਸਿਰਫ ਲਗਭਗ ਵਿਦਿਆਰਥੀ ਦਾਖਲਾ ਲੈਂਦੇ ਹਨ, ਜੋ ਕਿ ਕੁੱਲ ਉਮੀਦਵਾਰਾਂ ਨਾਲੋਂ ਗੁਣਾ ਵੱਧ ਅੰਤਰ ਦਿਖਾਉਂਦਾ ਹੈ। ਸਰਕਾਰ ਵੱਲੋਂ ਚਲਾਈਆਂ ਨੀਤੀਆਂ ਅਤੇ ਨਿੱਜੀ ਸਹਿਯੋਗੀ ਪ੍ਰਣਾਲੀ ਦੀ ਵਜ੍ਹਾ ਨਾਲ ਉਤਕ੍ਰਿਸ਼ਟ ਪ੍ਰਤਿਭਾ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਤੁਰੰਤ ਹੀ ਅਗਲੀ ਪੀੜ੍ਹੀ ਦੀਆਂ ਤਕਨਾਲੋਜੀ ਖੋਜ ਅਤੇ ਉਦਯੋਗਸ਼ੀਲਤਾ ਵਾਲੇ ਖੇਤਰਾਂ ਵਿੱਚ ਨਿਯੁਕਤ ਕਰ ਦਿੱਤਾ ਜਾਂਦਾ ਹੈ। ਚੀਨ ਵਿੱਚ ਸਾਲ ਦੀ ਉਮਰ ਤੋਂ ਲੈ ਕੇ ਲਗਭਗ ਮਿਲੀਅਨ ਵਿਦਿਆਰਥੀਆਂ ਵਿੱਚ ਕਈ ਪੜਾਅ ਵਾਲੇ ਆਡੀਸ਼ਨ ਕਰਵਾਏ ਜਾਂਦੇ ਹਨ, ਜਿਸ ਨਾਲ ਲਗਭਗ ਪੂਰਨ ਸਮੇਂ ਵਾਲੇ ਪ੍ਰਤਿਭਾ ਸਕੂਲ ਅਤੇ ਯੂਨੀਵਰਸਿਟੀ ਦੇ ਪ੍ਰੋਗਰਾਮ ਬਣਦੇ ਹਨ। ਸ਼ੁਰੂਆਤੀ ਤਬਕੇ ਤੋਂ ਹੀ ਬਹੁਤ ਸਖਤ ਆਡੀਸ਼ਨ ਪ੍ਰਣਾਲੀ ਰਾਹੀਂ ਸਿਰਫ ਬਹੁਤ ਘੱਟ ਪ੍ਰਤਿਭਾਵਾਂ ਨੂੰ ਚੁਣਿਆ ਜਾਂਦਾ ਹੈ ਅਤੇ ਮੱਧ ਅਤੇ ਉੱਚ ਸਿੱਖਿਆ ਨਾਲ ਯੂਨੀਵਰਸਿਟੀ ਪੜਾਅ ਵਿੱਚ ਲਗਾਤਾਰ ਵਿਕਸਿਤ ਹੋਈਆਂ ਪ੍ਰਤਿਭਾਵਾਂ ਗ੍ਰੈਜੂਏਸ਼ਨ ਤੋਂ ਬਾਅਦ ਤੁਰੰਤ ਹੀ ਅਗਲੇ ਪੱਧਰ ਵਿੱਚ, ਚਾਹੇ ਉਹ ਅਗਲੇ ਪੱਧਰ ਦੀ ਤਕਨਾਲੋਜੀ ਜਾਂ ਜਨਤਕ ਖੇਤਰ ਹੋਵੇ, ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀਆਂ ਹਨ। ਇਹ ਢਾਂਚਾ ਜਿਸ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਵਿਸ਼ਵ ਦੇ ਉੱਤਮ ਖੋਜਕਾਰਾਂ ਵਿੱਚੋਂ ਤੋਂ ਵੱਧ ਚੀਨੀ ਪ੍ਰਤਿਭਾਵਾਂ ਹਨ, ਕੌਮੀ ਮੁਕਾਬਲੇਬਾਜ਼ੀ ਅਤੇ ਆਰਥਿਕ ਵਿਕਾਸ ਦਾ ਮੂਲ ਸਬੂਤ ਬਣਦਾ ਹੈ। ਚੀਨ ਦੇ ਸਰਵੋੱਚ ਪ੍ਰਤਿਭਾਵਾਨ ਵਿਅਕਤੀਆਂ ਦਾ ਖੇਤਰ ਵਿੱਚ ਕੇਂਦਰੀਕਰਨ ਇਸ ਕਰਕੇ ਹੈ ਕਿ ਦੇਸ਼ ਵੱਲੋਂ ਕੀਤੇ ਜਾਂਦੇ ਬਹੁਪੱਧਰੀ ਆਡੀਸ਼ਨ, ਪੂਰਨ ਸਮੇਂ ਵਾਲੀ ਪ੍ਰਤਿਭਾ ਸਿੱਖਿਆ ਅਤੇ ਸਰਕਾਰ ਨਿੱਜੀ ਸਹਿਯੋਗ ਤੇ ਆਧਾਰਿਤ ਪੋਸ਼ਣ ਪ੍ਰਣਾਲੀ ਕਰਕੇ ਹੈ। ਇਹ ਪ੍ਰਣਾਲੀ ਸਾਲ ਦੀ ਉਮਰ ਤੋਂ ਪ੍ਰਾਇਮਰੀ ਸਕੂਲ ਵਿੱਚ ਸ਼ੁਰੂ ਹੁੰਦੀ ਹੈ ਅਤੇ ਇਸ ਤੋਂ ਵੱਧ ਪ੍ਰਤਿਭਾ ਸਕੂਲਾਂ ਅਤੇ ਮਾਧਿਅਮਿਕ ਅਤੇ ਯੂਨੀਵਰਸਿਟੀ ਪੱਧਰਾਂ ਤੇ ਸਖਤ ਚੁਣੇ ਗਏ ਹੁਨਰਮੰਦ ਵਿਅਕਤੀਆਂ ਨੂੰ ਵਰਗੀਕ੍ਰਿਤ ਕਰਦੀ ਹੈ। ਉਦਾਹਰਣ ਲਈ ਦੇ ਵਰਗੇ ਐਲੀਟ ਵਿੱਚ ਸ਼ਾਮਿਲ ਕਰਦੀ ਹੈ। ਇਹ ਵਿਦਿਆਰਥੀ ਸਾਲ ਦੀ ਉਮਰ 'ਚ ਮੁੰਡਿਆਂ ਦੀ ਕਲਾਸ ਤੋਂ ਲੰਘ ਕੇ ਵਿਸ਼ੇਸ਼ ਵਿਗਿਆਨ ਅਤੇ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਤੁਰੰਤ ਆਦੇ ਅਗੇਤਰ ਤਕਨਾਲੋਜੀ ਕੰਪਨੀਆਂ ਵਿੱਚ ਅਗਵਾਈ ਭੂਮਿਕਾਵਾਂ ਨਿਭਾਉਂਦੇ ਹਨ। ਇਸ ਦੇ ਨਾਲ ਹੀ ਚੀਨ ਵਿੱਚ ਲਗਭਗ ਖੋਜਕਾਰ ਹਨ ਅਤੇ ਦੁਨੀਆ ਦੇ ਉੱਤਮ ਖੋਜਕਾਰਾਂ ਵਿੱਚੋਂ ਤੋਂ ਵੱਧ ਚੀਨੀ ਪ੍ਰਤਿਭਾ ਹਨ, ਜੋ ਕਿ ਇਸ ਪ੍ਰਣਾਲੀਬੱਧ ਸਹਿਯੋਗ ਅਤੇ ਤਾਇਨਾਤੀ ਪ੍ਰਣਾਲੀ ਦੀ ਸਫਲਤਾ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ।
ਅੰਤ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਚੀਨ ਦੇ ਸਿਖਰਲੇ ਪ੍ਰਤਿਭਾਵਾਨ ਵਿਅਕਤੀ ਖੇਤਰ ਵਿੱਚ ਕੇਂਦਰਿਤ ਹੋ ਰਹੇ ਹਨ, ਜੋ ਕਿ ਰਾਸ਼ਟਰ ਦੀ ਰਣਨੀਤੀ ਦੇ ਤਹਿਤ ਕਠੋਰ ਪ੍ਰਤਿਭਾ ਚੁਣਾਈ ਅਤੇ ਵਿਕਾਸ ਪ੍ਰਕਿਰਿਆ ਅਤੇ ਸਰਕਾਰੀ ਨਿੱਜੀ ਸਹਿਯੋਗ ਰਾਹੀਂ ਪ੍ਰਣਾਲੀਬੱਧ ਸਹਾਰਾ ਦਾ ਨਤੀਜਾ ਹੈ। ਚੀਨ ਦੇ ਇਸ ਪ੍ਰਤਿਭਾ ਪਾਲਣ ਪ੍ਰਣਾਲੀ ਤੋਂ ਨਿਕਲਿਆ ਨਤੀਜਾ ਹੈ, ਜੋ ਦੱਸਦਾ ਹੈ ਕਿ ਇਹ ਕਿਸੇ ਸਾਂਝੇਤ ਨਹੀਂ ਹੈ। ਇਸ ਤੋਂ ਇਲਾਵਾ ਇਹ ਸੱਚ ਹੈ ਕਿ ਚੀਨ ਵਿੱਚ ਬਣਾਉਣ ਵਾਲੇ ਸਥਾਪਕਾਂ ਵਰਗੇ ਵਿਅਕਤੀਆਂ ਦੀ ਗਿਣਤੀ ਲਗਭਗ ਤੋਂ ਵੱਧ ਹੈ ਅਤੇ ਚੀਨੀ ਸਰਕਾਰ ਵੀ ਵੱਲ ਮੋੜ ਰਹੀ ਹੈ, ਜੋ ਚੀਨ ਦੇ ਭਵਿੱਖ ਦੀ ਦਿਆ ਬਾਰੇ ਦੱਸਦਾ ਹੈ। ਖਾਸ ਕਰਕੇ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਹ ਤਲਈ ਮਜ਼ਬੂਤ ਮੋਮੈਂਟਮ ਨੂੰ ਬਰਕਰਾਰ ਰੱਖਣ ਦਾ ਆਧਾਰ ਬਣਦਾ ਹੈ, ਜਿਸ ਨੂੰ ਚੀਨ ਵਿੱਚ ਅਸਲੀ ਮੰਨਿਆ ਜਾਂਦਾ ਹੈ।